पाठक एंड वेलकम टू द रॉयल ग्रुप ऑफ कॉलेज गोडावाल ऑनलाइन क्लासेस। ਆਪਾਂ ਜਿਹੜੀ ਪ੍ਰੀਵੀਅਸ ਵੀਡੀਓ ਹੈ ਉਸ ਦੇ ਵਿੱਚ ਆਪਾਂ ਅੰਡਰ ਆਰਡੀਨਲ ਯੂਟਿਲਿਟੀ ਕਰ ਰਹੇ ਸੀ। ਆਰਡੀਨਲ ਯੂਟਿਲਿਟੀ ਕੀ ਪੜ ਰਹੇ ਸੀ? ਇੰਡੀਫਰੈਂਸ ਕਰਵ, ਆਈਸੀ ਕਰਵ ਪੜ ਰਹੇ ਸੀ ਆਪਾਂ, ਠੀਕ ਹੈ, ਜਿਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ properties of indifference curve। indifference curve ਆਪਾਂ ਤਿੰਨ ਪ੍ਰੋਪਰਟੀਆਂ ਦੇ ਬਾਰੇ ਜਿਹੜੀ ਆਪਾਂ ਗੱਲ ਕਰ ਲਈ ਸੀ। ਫਰਸਟ ਪ੍ਰੋਪਰਟੀ ਕੀ ਸੀਗੀ? indifference curve should be downward slope। ਜਿਹੜਾ indifference curve ਦਾ ਜਿਹੜਾ slope ਹੈ ਉਸਦਾ ਕੀ ਡਾਊਨਵਰਡ ਹੋਣਾ ਚਾਹੀਦਾ ਹੈ। ਸੈਕਿੰਡ ਆਪਾਂ ਕੀਤੀ ਸੀਗੀ indifference curve ਜਿਹੜੀ ਹੈਗੀ ਹੈ that should be convex to origin, ठीक है, origin ਦੀ ਤਰਫ ਜਿਹੜੀ ਹੈ convex ਹੋਣੀ ਚਾਹੀਦੀ। ਆਪਾਂ ਫਿਰ ਤਿੰਨ ਕੇਸ ਕੀਤੇ ਸੀ, ਉਹਦੇ ਵਿੱਚ ਆਪਾਂ ਕੀਤਾ straight line ਦਾ, concave ਦਾ ਤੇ convex ਦਾ, ਉਹਦੇ ਵਿੱਚ ਆਪਾਂ ਨੂੰ ਡਿਟੇਲ ਦੇ ਵਿੱਚ ਕੀਤਾ ਸੀ। ਦੈਨ ਆਪਾਂ ਥਰਡ ਕੇਸ ਜਿਹੜਾ ਪੜਿਆ ਸੀ ਉਸ ਦੇ ਵਿੱਚ ਸੀਗਾ indifference curve never touch either x axis or y axis, ठीक है जी। ਤੇ ਅੱਜ ਜਿਹੜਾ ਹੈ ਨੈਕਸਟ ਹੈ ਉਹਦੇ ਵਿੱਚ ਹੈ ਜਦੋਂ ਆਪਾਂ ਇੰਡੀਫਰੈਂਸ ਮੈਪ ਕਰਦੇ ਆ ਨਾ ਤਾਂ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਹਾਇਰ ਇੰਡੀਫਰੈਂਸ ਕਰਵ। ਹਾਇਰ ਇੰਡੀਫਰੈਂਸ curve gives higher या high satisfaction, ठीक है जी। ਜਿਹੜੀ ਹਾਇਰ ਇੰਡੀਫਰੈਂਸ ਕਰਵ ਹੈ ਉਹ ਆਪਾਂ ਨੂੰ ਹਾਇਰ ਸੈਟੀਸਫੈਕਸ਼ਨ ਦਿੰਦੀ ਹੈ। ਲੋਅਰ ਇੰਡੀਫਰੈਂਸ ਕਰਵ ਆਪਾਂ ਨੂੰ ਲੋ ਸੈਟੀਸਫੈਕਸ਼ਨ ਦਿੰਦੀ ਹੈ। ਇਹਦੇ ਵਿੱਚ ਇਹ ਕੀ ਹੈ? ਪ੍ਰਾਪਰਟੀ। ਹੁਣ ਕਿਸ ਤਰੀਕੇ ਦੇ ਨਾਲ ਸਪੋਜ਼ ਕਰੋ ਆਪਣੇ ਕੋਲੇ ਇੱਕ ਕੁਝ ਇਸ ਤਰੀਕੇ ਦੇ ਨਾਲ ਆਪਣੇ ਕੋਲ ਕੀ ਹੈ ਇੰਡੀਫਰੈਂਸ ਮੈਪ ਹੈ IC1 IC2 IC3। ਹੁਣ ਇਸ ਕੇਸ ਦੇ ਵਿੱਚ ਕੀ ਹੈ ਕਿ ਆਪਣੇ ਕੋਲੇ ਜਿਹੜੀ ਹਾਇਰ ਇੰਡੀਫਰੈਂਸ ਕਰਵ ਕਿਹੜੀ ਹੈ? IC3 ਹੈ। IC3 ਦਾ ਜਿਹੜਾ ਕੋਈ ਵੀ ਕੰਬੀਨੇਸ਼ਨ ਹੈ ਇਹਨਾਂ ਵਿੱਚੋਂ ਚਾਹੇ ਕੋਈ ਵੀ ਹੋਵੇ ਸਾਰੇ ਦੇ ਉੱਪਰ ਜਿਹੜੀ ਆਪਾਂ ਨੂੰ ਸੈਟੀਸਫੈਕਸ਼ਨ ਮਿਲੂਗੀ, ਠੀਕ ਹੈ, ਉਹ IC2 ਦੇ ਕੰਪੇਅਰੇਬਲ ਜ਼ਿਆਦਾ ਮਿਲੂਗੀ। मतलब IC1 ਦੇ ਕੰਪੇਅਰੇਬਲ ਆਪਾਂ ਨੂੰ IC2 ਦੇ ਵਿੱਚ ਜ਼ਿਆਦਾ ਸੈਟੀਸਫੈਕਸ਼ਨ ਮਿਲੂਗੀ। IC2 ਦੇ ਕੰਪੇਅਰੇਬਲ ਆਪਾਂ ਨੂੰ ਜਿਹੜਾ IC3 ਦੇ ਵਿੱਚ ਜਿਹੜੀ ਸੈਟੀਸਫੈਕਸ਼ਨ ਹੈ ਉਹ ਜ਼ਿਆਦਾ ਮਿਲੂਗੀ। ਕਿਉਂ? ਕਿਉਂਕਿ ਜਿਹੜੀ ਹਾਇਰ ਇੰਡੀਫਰੈਂਸ ਕਰਵ ਆਪਾਂ ਨੂੰ ਜ਼ਿਆਦਾ ਕੀ ਦਿੰਦੀ ਹੈ? ਸੈਟੀਸਫੈਕਸ਼ਨ ਦਿੰਦੀ ਹੈ। ਐਂਡ ਤੁਸੀਂ ਅਗਰ ਇੱਥੇ ਦੇਖੋਗੇ ਤਾਂ ਇੱਥੇ ਜਿਹੜਾ ਕੰਬੀਨੇਸ਼ਨ ਨੇ ਉਹ ਵੀ ਜ਼ਿਆਦਾ ਹੁੰਦੇ ਹੈ। ਇੱਥੇ ਘੱਟ ਹੈ, y ਘੱਟ x ਘੱਟ ਜਾਂਦੀ ਹੈ, ਇੱਥੇ x ਹੋਰ ਘੱਟ ਜਾਂਦੀ ਹੈ, ਠੀਕ ਹੈ। ਮਤਲਬ ਜਿਹੜੀ ਹਾਇਰ ਇੰਡੀਫਰੈਂਸ ਕਰਵ ਹੋਊਗਾ ਉਹਦੇ ਕੰਬੀਨੇਸ਼ਨ ਹੈ ਉਹ ਵੀ ਜ਼ਿਆਦਾ ਹੋਊਗਾ ਤੁਹਾਡੇ ਕੋਲੇ। ਉਹਦੇ ਵਿੱਚ ਜਿਹੜਾ ਉਸ ਦੇ ਵਿੱਚ ਜਿਹੜੇ ਆਪਾਂ ਅਗਰ ਕੁਆਂਟੀਟੀ ਦੀ ਗੱਲ ਕਰੀਏ, ਕੁਆਂਟੀਟੀ ਆਫ ਆਈਟਮਸ ਦੀ ਗੱਲ ਕਰੀਏ, ਅਗਰ ਆਪਾਂ ਕਿਸ ਦੀਆਂ ਉਹ ਚਾਹੇ ਉਹ ਗੁੱਡ x ਦੀ ਹੈ ਚਾਹੇ ਉਹ ਗੁੱਡ y ਦੀ ਹੈ ਉਹ ਕੀ ਹੈ ਜ਼ਿਆਦਾ ਹੋਣਗੀਆਂ, ਠੀਕ ਹੈ ਜੀ। ਸੋ ਇਸ ਲਈ ਜਿਹੜਾ ਹੈ ਇਹਦੇ ਵਿੱਚ ਆਪਾਂ ਨੂੰ ਜਿਹੜੀ ਜ਼ਿਆਦਾ ਸੈਟੀਸਫੈਕਸ਼ਨ ਮਿਲਦੀ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਫਿਫਥ ਹੈ ਆਪਣੇ ਕੋਲੇ indifference curve never intersect each other। इंडिफरेंस कर्व कदे भी एक दूसरे ਨੂੰ नहीं ਕੱਟੂਗੀ। क्यों नहीं ਕੱਟੂਗੀ? देखो ਆਪਣੇ ਕੋਲੇ OX ਐਕਸਿਸ ਹੈ ਜਿੱਥੇ ਆਪਾਂ ਨੇ ਗੁੱਡ X ਨੂੰ ਰਿਪਰੈਜ਼ੈਂਟ ਕੀਤਾ ਹੈ। ਇਧਰ ਆਪਣੇ ਕੋਲੇ OY ਐਕਸਿਸ ਹੈ ਜਿੱਥੇ ਆਪਾਂ ਗੁੱਡ Y ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਠੀਕ ਹੈ। ਆਪਣੇ ਕੋਲੇ IC1 ਇਹ ਹੈ ਐਂਡ ਸੈਕਿੰਡ ਜਿਹੜੀ ਆਪਣੇ ਕੋਲ ਹੈ ਉਹ ਇਹ ਹੋਊਗੀ IC2, ਠੀਕ ਹੈ। ਹੁਣ ਤੁਸੀਂ ਅਗਰ ਉਹਨੇ ਧਿਆਨ ਦੋਗੇ ਤਾਂ ਤੁਸੀਂ ਇੱਕ ਚੀਜ਼ ਦੇਖੋਗੇ ਕਿ ਜਿਹੜੀ IC ਕਰਵ ਹੈ ਉਹ ਇੰਟਰਸੈਕਟ ਕਰ ਰਹੀ ਹੈ। ਸਪੋਜ਼ ਕਰੋ ਇਹ ਪੁਆਇੰਟ ਹੈ A ਪੁਆਇੰਟ ਦੇ ਉੱਪਰ ਕੀ ਹੈ ਇੰਟਰਸੈਕਟ ਕਰ ਰਹੀ ਹੈ, ਠੀਕ ਹੈ ਜੀ। ਹੁਣ ਆਪਾਂ ਪ੍ਰਾਪਰਟੀ ਕੀ ਕਹੀ ਹੈ ਇੰਡੀਫਰੈਂਸ ਕਰਵ ਨੈਵਰ ਇੰਟਰਸੈਕਟ ਈਚ ਅਦਰ। ਇੱਥੇ ਬਾਕੀ ਸਾਰੀਆਂ ਪ੍ਰਾਪਰਟੀ ਜਿਹੜੀਆਂ ਨੇ ਸੋ ਪੂਰੀਆਂ ਹੋ ਰਹੀਆਂ ਨੇ। ਪਹਿਲੀ ਪ੍ਰਾਪਰਟੀ ਕੀ ਸੀਗੀ ਕਿ ਡਾਊਨਵਰਡ ਸਲੋਪ ਹੋਣੀ ਚਾਹੀਦੀ ਹੈਗੀ ਹੈ। सेकंड प्रॉपर्टी सी कि जेडी नेवर इंटरसेक्ट OX एक्सिस और Y एक्सिस नहीं कर रही। फिर अपने को एक प्रॉपर्टी सी कि डिमिनिशिंग मार्जिन रेट ऑफ सब्स्टिट्यूशन होना चाहिए है क्या।
ਕਨਵੈਕਸ ਟੂ ਓਰੀਜਨ ਹੋਣੀ ਚਾਹੀਦੀ ਹੈ, ਹੈਗੀ ਹੈ, ਠੀਕ ਹੈ। ਪਰ और एक चीज ਜਿਹੜੀ ਹੈਗੀ ਉਹ ਕੀ ਹੋ ਜਾਂਦੀ ਹੈ, ਹੁਣ ਤੁਸੀਂ ਅਗਰ ਧਿਆਨ ਨਾਲ ਦੇਖੋਗੇ ਇੱਥੇ IC1 ਜਿਹੜੀ ਹੈਗੀ ਹੈ ਉਹ ਕੀ ਹੈ, ਨੀਚੇ ਹੈ ਕਿਤੋਂ IC2 ਤੋਂ, ਇਹ IC2 ਹੈ, ਇਸ ਜਗ੍ਹਾ ਦੇ ਉੱਪਰ ਇਹ IC1 ਹੈ। ਆਪਾਂ ਉਹ ਇੱਕ ਪ੍ਰੋਪਰਟੀ ਦੀ ਗੱਲ ਕੀਤੀ ਸੀ, ਆਪਾਂ ਕੀ ਕਿਹਾ ਸੀ, ਹਾਇਰ ਇੰਡੀਫਰੈਂਸ ਕਰਵ ਆਪਾਂ ਨੂੰ ਜ਼ਿਆਦਾ ਸੈਟੀਸਫੈਕਸ਼ਨ ਦਿੰਦੀ ਹੈ। ਦੈਟ ਮੀਨਸ ਹਾਇਰ ਇੰਡੀਫਰੈਂਸ ਕਰਵ ਕਿਹੜੀ ਹੈ, IC1 ਹੈ। ਇਸ ਦੇ ਉੱਪਰ ਆਪਾਂ ਨੂੰ ਦੈਟ ਮੀਨ ਕੀ ਹੈ, ਸੈਟੀਸਫੈਕਸ਼ਨ ਕੀ ਮਿਲਣੀ ਚਾਹੀਦੀ ਹੈ, ਜ਼ਿਆਦਾ ਮਿਲਣੀ ਚਾਹੀਦੀ ਹੈ ਹਰ ਇੱਕ ਲੈਵਲ ਤੇ। ਬਟ ਜਦੋਂ ਆਪਾਂ ਇੰਟਰਸੈਕਟ ਹੋ ਕੇ ਨੀਚੇ ਆਏ ਇੱਥੇ ਆ ਕੇ ਦੋਨੋਂ ਸੇਮ ਸੈਟੀਸਫੈਕਸ਼ਨ ਦਿੰਦੇ ਆ, ਦੈਟ ਇਜ਼ ਨਾਟ ਪੋਸੀਬਲ। ਸੈਕੰਡ ਥਿੰਗ, ਇੱਥੇ ਆ ਕੇ ਕੀ ਹੈ, ਸੇਮ ਸੈਟੀਸਫੈਕਸ਼ਨ ਦੇ ਰਹੇ ਹੈ, ਉਹ ਪੋਸੀਬਲ ਹੀ ਨਹੀਂ ਹੈਗਾ। ਦੈਨ ਫਿਰ ਕੀ ਹੈ, ਜਦੋਂ ਆਪਾਂ ਨੀਚੇ ਆ ਜਾਂਦੇ ਆ ਤਾਂ IC2 ਨੀਚੇ ਆ ਜਾਂਦੀ ਹੈ, IC1 ਉੱਪਰ ਚਲੀ। ਦੈਟ ਮੀਨ ਕੀ ਹੈ, ਇਸ ਜਗ੍ਹਾ ਦੇ ਉੱਪਰ IC1 ਜਿਹੜੀ ਆਪਾਂ ਨੂੰ ਜ਼ਿਆਦਾ ਸੈਟੀਸਫੈਕਸ਼ਨ ਦੇ ਰਹੀ ਹੈ IC2 ਦੇ ਕੰਪੈਰੀਟਿਵਲੀ, ਠੀਕ ਹੈ ਜੀ। ਸੋ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਹਾਇਰ ਇੰਡੀਫਰੈਂਸ ਕਰਵ ਗਿਵਸ ਹਾਇਰ ਸੈਟੀਸਫੈਕਸ਼ਨ ਹੈ, ਉਹ ਕੀ ਹੈ, ਉਹ ਲਾਈ ਹੀ ਨਹੀਂ ਕਰਦਾ, ਠੀਕ ਹੈ। ਸੋ ਦੈਟ ਮੀਨ ਕੀ ਹੈ ਕਿ ਆਪਣੇ ਕੋਲੇ ਜਿਹੜਾ ਅਗਰ ਇਹ ਵਾਲਾ ਜਿਹੜੀ ਹੈਗੀ ਪ੍ਰੋਪਰਟੀ ਲਾਈ ਨਹੀਂ ਕਰਦੀ, ਦੈਟ ਮੀਨ ਜਿਹੜਾ ਇੰਡੀਫਰੈਂਸ ਕਰਵ ਹੈ ਦੈਟ ਸ਼ੁਡ ਨੈਵਰ ਇੰਟਰਸੈਕਟ ਈਚ ਅਦਰ, ਉਹ ਦੋਨੋਂ ਜਿਹੜੀਆਂ ਆਪਸ ਦੇ ਵਿੱਚ ਕਦੇ ਵੀ ਨਹੀਂ ਕੱਟਣਗੀਆਂ, ਠੀਕ ਹੈ ਜੀ। ਸੋ ਹੋਪ ਸੋ ਤੁਹਾਨੂੰ ਜਿਹੜਾ ਹੈਗਾ ਸਮਝ ਆ ਗਿਆ ਹੋਊਗਾ, ਇੰਡੀਫਰੈਂਸ ਕਰਵ ਨੈਵਰ ਇੰਟਰਸੈਕਟ ਈਚ ਅਦਰ। ਦੈਨ ਜਿਹੜਾ 6th ਹੈ ਉਹ ਹੈਗਾ indifference curve should not to be parallel with each other। ਜਿਹੜੇ ਇੰਡੀਫਰੈਂਸ ਕਰਵ ਹੈ ਕੋਈ ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਸਿਚੁਏਸ਼ਨ ਦੇ ਵਿੱਚ ਇੱਕ ਦੂਸਰੇ ਦੇ ਪੈਰਲਲ ਹੀ ਹੋਣ। ਮਤਲਬ ਕੀ ਹੈ, ਜਿਵੇਂ ਦੇਖੋ ਤੁਸੀਂ ਨੇ ਮੈਪ ਬਣਾਇਆ ਹੈ, ਮੈਂ ਦੋ ਤਰੀਕੇ ਦੇ ਮੈਪ ਬਣਾਉਂਗਾ। ਇੱਕ ਕਈ ਬੱਚੇ ਕੀ ਕਰਦੇ ਨੇ ਜਦੋਂ ਇੰਡੀਫਰੈਂਸ ਮੈਪ ਬਣਾਉਣ ਲੱਗਦੇ ਆ ਤਾਂ ਕੀ ਹੁੰਦਾ ਹੈ, ਪਹਿਲਾਂ ਇਹਦਾ ਬਣਾ ਲਿਆ, ਇਹ ਕੀ ਆਪਣੀ IC ਕਰਵ ਆ, ਠੀਕ ਹੈ। ਸੈਕਿੰਡ ਆਪਣੇ ਕੋਲੇ IC ਕਰਵ ਇਦਾਂ ਆ ਗਈ, ਇਹ IC1 ਹੈ, ਇਹ IC2 ਹੈ। ਦੈਨ ਆਪਣੇ ਕੋਲੇ IC3 ਹੈ, ठीक है। इधर अपने कोले OY एक्सिस है जिथे आप गुड Y ਨੂੰ ਰਿਪਰੈਜ਼ੈਂਟ ਕਰਦੇ ਹਾਂ, इधर गुड X। ਤੁਸੀਂ ਦੇਖੋਗੇ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੋਨਾਂ ਨੂੰ ਜਿਹੜਾ ਪੈਰਲਲ ਰੱਖਿਆ ਜਾਵੇ, ਠੀਕ ਹੈ। ਬਟ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਇੰਡੀਫਰੈਂਸ ਕਰਵ ਹੈ ਉਹ ਕੀ ਹੈ, ਪੈਰਲਲ ਹੀ ਹੋਊਗੀ, ਉਹ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦੀ ਹੈ, ਠੀਕ ਹੈ। ਇਹਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ ਜਿਹੜੀ IC1 ਹੈ that should be parallel with IC2 or IC3। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ MRS ਹੈ, ਠੀਕ ਹੈ, ਉਹ ਹਰ ਇੱਕ ਇੰਡੀਫਰੈਂਸ ਕਰਵ ਦਾ ਸੇਮ ਨਹੀਂ ਹੁੰਦਾ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ MRS ਹੈ ਉਹ ਕੀ ਹੈ, ਸੇਮ ਹੋਵੇ, ਠੀਕ ਹੈ ਜੀ। ਸੋ ਇਹਦੇ ਵਿੱਚ ਇਹਦੀ ਜਿਹੜੀ ਪ੍ਰੋਪਰਟੀ ਹੈ ਉਹ ਕੀ ਹੈ, ਦਾ MRS की है मार्जिनल रेट ऑफ सब्स्टिट्यूशन, मार्जिनल रेट ऑफ सब्स्टिट्यूशन जिन्हों आप कह देंगे MRS की है डिफर कर सकता है, डिफरेंट हो सकता है हर एक किदा, हर एक इंडिफरेंस करता अपना अपना जिहड़ा MRS होंदा। कोई जरूरी नहीं हैगा कि अगर IC1 का कोई MRS चलता आ रहा है तो IC2 का भी MRS सेम होगा, नहीं होंदा, ठीक है। सो इट कैन बी डिफर, ठीक है। सो इस करके जिहड़ी इंडिफरेंस कर्व है जरूरी नहीं हुंदा कि वो पैरेलल होवे किस दे, एक दूसरे दे, ठीक है जी। सो होप सो एक चीज जिहड़ी है कि तुहानू समझ आ गई होगी इंडिफरेंस कर्व का जिहड़ा अपने कोले 6 प्रॉपर्टीज सीगियां वो आपां ने करनियां। इस तो बाद जिहड़े है कुछ आपां गल करांगे जिहड़े स्पेशल केसेस ने दो, उस दे विच इंडिफरेंस कर्व किस तरीके दे नाल बनूगी, ठीक है। सम स्पेशल केसेस, स्पेशल केस कई बार शॉर्ट आंसर टाइप क्वेश्चन ਦੇ ਵਿੱਚ ਆ ਜਾਂਦਾ ਹੁੰਦਾ ਹੈ ਇੰਡੀਫਰੈਂਸ ਕਰਵ ਦੇ ਬਾਰੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਬਸਟੀਟਿਊਟ ਰੂਟਸ ਦੀ। ਸਬਸਟੀਟਿਊਟ ਰੂਟਸ ਮੈਂ ਪਹਿਲਾਂ ਤੁਹਾਨੂੰ ਦੱਸਿਆ ਉਹ ਵਾਲੀਆਂ ਵਸਤੂਆਂ ਜਿਹੜੀਆਂ ਇੱਕ ਦੂਸਰੇ ਦੀਆਂ ਪੂਰਕ ਹੁੰਦੀਆਂ ਨੇ, ਇੱਕ ਦੂਸਰੇ ਦੀ ਇੱਕ ਦੂਸਰੇ ਪ੍ਰਤੀਸਥਾਪਕ ਹੁੰਦੀਆਂ ਨੇ, ਸੌਰੀ
ਇੱਕ ਦੂਸਰੇ ਦੇ ਪ੍ਰਤੀਸਥਾਪਕ ਹੁੰਦੇ ਆ ਜਾਂ ਇੱਕ ਦੂਸਰੇ ਸਬਸਟੀਟਿਊਟ ਹੁੰਦੀਆਂ ਨੇ। ਜਿਵੇਂ ਆਪਾਂ ਗੱਲ ਕੀਤੀ ਸੀ ਉਹ ਵਸਤੂ ਜਿਹੜੀ ਇੱਕ ਦੀ ਜਗ੍ਹਾ ਦੇ ਉੱਪਰ ਦੂਸਰੀ ਨੂੰ ਆਪਾਂ ਵਰਤ ਸਕੀਏ, ਠੀਕ ਹੈ, ਜਿਹੜੀ ਇੱਕ ਦੀ ਜਗ੍ਹਾ ਲੈ ਲੇ। ਜਿਵੇਂ ਆਪਾਂ ਫੋਰ ਐਗਜ਼ਾਮਪਲ ਗੱਲ ਕੀਤੀ ਸੀ ਟੀ ਐਂਡ ਕਾਫੀ, ਠੀਕ ਹੈ। ਹੁਣ ਇਹਦੇ ਵਿੱਚ ਇੱਕ ਹੁੰਦੇ ਹੈ, ਇਸ ਦੇ ਵਿੱਚ ਹੁੰਦੇ ਇੱਕ ਪਰਫੈਕਟ ਸਬਸਟੀਟਿਊਟ। ਇਹ ਕਿਹੜੇ ਹੁੰਦੇ ਉਹ ਵਾਲੇ ਹੁੰਦੇ ਆ ਜਿਹੜੇ ਬਿਲਕੁਲ ਹੀ ਇੱਕੋ ਜਿਹੇ ਹੁੰਦੇ ਆ, ਬਿਲਕੁਲ ਹੀ ਸੇਮ ਹੁੰਦੇ ਆ, ਆਲਮੋਸਟ ਸੇਮ, ਠੀਕ ਹੈ। ਜਿਵੇਂ ਤੁਹਾਡੇ ਕੋਲੇ ਕੀ ਹੈ, ਇੱਕ ਹੈਗੀ ਆ ਭਾਰਤ ਕੰਪਨੀ ਹੈ, ਭਾਰਤ ਪੈਟਰੋਲੀਅਮ ਹੈ, ਭਾਰਤ ਪੈਟਰੋਲ ਹੈ। ਇੱਕ ਪਾਸ ਤੁਹਾਡੇ ਕੋਲ ਹੈਗੀ ਹੈ ਇੰਡੀਅਨ ਆਇਲ, ਠੀਕ ਹੈ। ਇਹਦਾ 1 ਲੀਟਰ ਜਿਹੜਾ ਪੈਟਰੋਲ ਹੈ ਤੇ ਇਹਦਾ 1 ਲੀਟਰ ਪੈਟਰੋਲ कोई फर्क होगा नहीं, बोथ आर सिमिलर टू ईच अदर। मतलब अगर तुसी अपनी गड्डी दे विच तेल पवा रहे हो, तुसी इंडियन ऑयल का 1 लीटर नहीं पवा रहे, तुसी 1 लीटर तेल पवाना है, तुसी भारत का भी 1 लीटर पवाओगे, ठीक है। दैट मीन की है कि तुसी अगर इधर आप भारत की गल कर लें, इधर आप इंडियन ऑयल की गल कर लें, ओदे जिहड़ा पेट्रोल है, ठीक है। अगर तुसी इधर 1 2 3 4 5 6 2 3 4 5 6, ठीक है। ਤੁਸੀਂ ਕੀ ਕਰ ਰਹੇ ਹੋ, ਤੁਸੀਂ ਸਪੋਜ਼ ਕਰੋ ਪਹਿਲੀ ਸਿਚੁਏਸ਼ਨ ਦੇ ਵਿੱਚ ਜਿਹੜਾ ਭਾਰਤ ਪੈਟਰੋਲੀਅਮ ਹੈ, ਠੀਕ ਹੈ, ਉਹਦਾ ਜਿਹੜਾ ਪੈਟਰੋਲ ਹੈ ਉਹ ਤੁਸੀਂ 5 ਯੂਨਿਟ ਕੰਜ਼ਿਊਮ ਕਰਦੇ ਹੋ ਤੇ ਇਹਦਾ 1 ਯੂਨਿਟ ਕੰਜ਼ਿਊਮ ਕਰਦੇ ਹੋ, ਠੀਕ ਹੈ। ਦੈਨ ਕਿਹਦਾ, ਇੰਡੀਅਨ ਆਇਲ ਦਾ। ਦੈਨ ਤੁਸੀਂ ਕੀ ਕਰ ਰਹੇ ਹੋ, ਸੈਕਿੰਡ ਤੁਸੀਂ 1 ਯੂਨਿਟ ਕਿਹਦੀ ਇੰਡੀਅਨ ਆਇਲ ਦੀ ਵਧਾਉਣੀ ਚਾਹ ਰਹੇ ਹੋ, ਤਾਂ ਤੁਸੀਂ ਕੀ ਕਰੋਗੇ, ਤੁਸੀਂ 1 ਯੂਨਿਟ ਜਿਹੜਾ 1 ਲੀਟਰ ਹੀ ਕਿਹਦਾ ਘਟਾਓਗੇ, ਭਾਰਤ ਪੈਟਰੋਲੀਅਮ ਦਾ। ਇੱਕ ਹੋਰ ਵਧਾਉਣਾ ਚਾਹ ਰਹੇ ਹੋ ਤਾਂ ਇੱਕ ਹੀ ਕਿਹਦਾ ਘਟਾਓਗੇ, ਭਾਰਤ ਦਾ। ਇੱਕ ਹੋਰ ਇੰਡੀਅਨ ਆਇਲ ਦਾ ਵਧਾਉਣਾ ਚਾਹ ਰਹੇ ਹੋ, ਇੱਕ ਘਟਾਓਗੇ ਕਿਹਦਾ, ਭਾਰਤ ਦਾ। ਦੈਨ ਇੱਕ ਘਟਾਓਗੇ ਭਾਰਤ ਦਾ, ਇੱਕ ਹੋਰ ਵਧਾਉਣ ਦੇ ਲਈ। ਸੋ ਇਹ ਸਿਚੁਏਸ਼ਨ ਦੇ ਵਿੱਚ ਜਿਹੜੀ ਤੁਹਾਡੀ ਕਰਵ ਹੈ, ਆਈਸੀ ਕਰਵ ਹੈ, ਦੈਟ ਇਜ਼ ਕੀ ਹੁੰਦੀ ਹੈ, ਸਟ੍ਰੇਟ ਲਾਈਨ। ਸਟ੍ਰੇਟ ਲਾਈਨ ਹੋਗੀ। ਕਿਉਂ ਹੋਗੀ, क्योंकि ये सिचुएशन दे विच जेडे हैगे ਤੁਹਾਡੇ ਸਬਸਟੀਟਿਊਟ ਨੇ, दैट आर परफेक्ट सब्सटीट्यूट किने परफेक्ट ने, ठीक है। सो इस करके की है ਤੁਹਾਡਾ ਜਿਹੜੀ इंडिफरेंस कर्व ਦੀ ਜਿਹੜੀ ਲਾਈਨ ਬਣੂਗੀ ਉਹ ਕੀ ਬਣੂਗੀ, ਸਟ੍ਰੇਟ ਲਾਈਨ ਬਣੂਗੀ, ਠੀਕ ਹੈ ਜੀ। ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਊਗੀ। ਦੈਨ ਆਪਾਂ ਗੱਲ ਕਰਦੇ ਹਾਂ परफेक्ट ਕੰਪਲੀਮੈਂਟ ਦੀ। ਇਹ ਤਾਂ ਹੋ ਗਿਆ ਸਬਸਟੀਟਿਊਟ ਦੀ। ਦੈਨ परफेक्ट ਕੰਪਲੀਮੈਂਟ। परफेक्ट कॉम्प्लीमेंट्स। परफेक्ट कॉम्प्लीमेंट का मतलब यह है कि एक चीज तो बिना दूसरी चीज अधूरी है। जिन्हें पेयर ऑफ शू, तोड़े पेयर ऑफ शू की गल कर रहे हैं, बूटा की पेयर है, एक लैफ्ट साइड का एक राइट का, कि कला तुसी लैफ्ट का खरीद लोगे या कला राइट का खरीद लोगे, नहीं, क्योंकि दोनों एक दूसरे को पूरा करते हैं, ठीक है। सो की है ਉਹ ਆਪਾਂ ਕੀ ਕਹਿ ਦਿੰਦੇ ਆ, ਪਰਫੈਕਟ ਕੰਪਲੀਮੈਂਟ, ਜਿਹੜੇ ਇੱਕ ਦੂਸਰੇ ਨੂੰ ਪੂਰਾ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ, ਪਰਫੈਕਟ ਕੰਪਲੀਮੈਂਟ। ਜਿਹਨੂੰ ਇੱਕ ਚੀਜ਼ ਨੂੰ ਆਪਾਂ ਜਿਹੜਾ ਹੈਗਾ, ਇਹ ਨਹੀਂ ਹੈਗਾ ਕਿ ਇੱਕ ਚੀਜ਼ ਘੱਟ ਲੈਣ ਦੂਸਰੀ ਚੀਜ਼ ਵੱਧ ਲੈਣ, ਆਪਾਂ ਨੂੰ ਸੇਮ ਅਮਾਉਂਟ ਦੇ ਵਿੱਚ ਹੀ ਉਹ ਲੈਣੀ ਪਊਗੀ, ਠੀਕ ਹੈ ਜੀ। ਸੋ ਇਸ ਕੇਸ ਦੇ ਵਿੱਚ ਜਿਹੜੀ ਆਈਸੀ ਕਰਵ ਹੈ, दैट इज योर एल शेप कर्व कुछ ਇਸ ਤਰੀਕੇ ਦਾ, ठीक है। ਇਹਨੂੰ ਆਪਾਂ ਕਹਾਂਗੇ IC1, ਇਹਨੂੰ ਕਹਾਂਗੇ IC2, ਇਹਨੂੰ ਕਹਾਂਗੇ IC3। ਜਦੋਂ ਸਿਚੁਏਸ਼ਨ ਆਊਗੀ, ਜਦੋਂ ਆਪਾਂ ਨੂੰ ਜ਼ਰੂਰਤ ਪਊਗੀ, ਆਪਾਂ ਇਹਨੂੰ ਥੋੜਾ ਡਿਟੇਲ ਦੇ ਵਿੱਚ ਪੜਾਂਗੇ। ਫਿਲਹਾਲ ਦੇ ਲਈ ਤੁਸੀਂ ਜਿਹੜਾ ਇਹਨੂੰ ਸਿਰਫ ਇੰਨਾ ਹੀ ਸਮਝ ਲਓ ਕਿ ਪਰਫੈਕਟ ਕੰਪਲੀਮੈਂਟ ਦੀ ਸਿਚੁਏਸ਼ਨ ਦੇ ਵਿੱਚ ਜਿਹੜੀ ਤੁਹਾਡੀ ਕਰਵ ਹੈ, ਇੰਡੀਫਰੈਂਸ ਕਰਵ ਹੈ, ਉਹਦੀ ਜਿਹੜੀ ਸ਼ੇਪ ਹੈ ਉਹ ਕੀ ਹੁੰਦੀ ਹੈ, ਐਲ ਸ਼ੇਪ ਹੁੰਦੀ ਹੈ। ਕਿਹੜੀ ਹੁੰਦੀ ਹੈ, ਐਲ ਸ਼ੇਪ, ਠੀਕ ਹੈ। ਕਿਉਂ ਹੁੰਦੀ ਹੈ, ਕਿਉਂਕਿ ਤੁਸੀਂ ਇੱਕ ਜਿਹੜਾ ਹੈਗਾ ਇੱਕ ਫਿਕਸਡ ਜਿਹੜਾ ਪੇਅਰ ਹੈ ਜਾਂ ਫਿਕਸਡ ਅਮਾਉਂਟ ਦੇ ਵਿੱਚ ਹੀ ਦੋਨਾਂ ਨੂੰ ਕੀ ਹੈ, ਸੇਮ ਤੁਸੀਂ ਕੀ ਕਰੋਗੇ, ਕੰਜ਼ਿਊਮ ਤੁਸੀਂ ਘੱਟ ਵੱਧ ਨਹੀਂ ਕਰ ਸਕਦੇ, ਠੀਕ ਹੈ ਜੀ। ਸੋ ਇਸ ਕਰਕੇ ਜਿਹੜੀ ਇਹ ਕੀ ਆਪਣੇ ਕੋਲੇ ਕੀ ਬਣਦੀ ਹੈ, ਸਟ੍ਰੇਟ ਲਾਈਨ ਬਣਦੀ ਹੈ। मतलब पहले इस जगह के ऊपर कर रहे, फिर इस के ऊपर, फिर इस के ऊपर, ठीक है। मतलब ਤੁਸੀਂ ਕੀ ਹੈ, ਅਮਾਉਂਟ ਕਿੰਨਾ ਕਰ ਤੁਹਾਨੂੰ ਘੱਟੋ ਘੱਟ ਜਿਹੜਾ, ਅਗਰ ਸਪੋਜ਼ ਕਰੋ ਇਧਰ ਰਾਈਟ ਸਾਈਡ ਦਾ ਲੈ ਲਓ ਸ਼ੂ, ਇਧਰ ਲੈਫਟ ਸਾਈਡ ਦਾ, ਤੁਸੀਂ ਇੱਕ ਇੱਕ ਦਾ ਤੁਹਾਨੂੰ ਲੈਣ ਹੀ ਪਊਗਾ, ਠੀਕ ਹੈ। ਹੁਣ ਤੁਸੀਂ ਸਪੋਜ਼ ਕਰੋ ਰਾਈਟ ਵੱਲ ਨੂੰ ਜ਼ਿਆਦਾ ਹੋ ਗਈ, ਇਧਰ ਰਾਈਟ ਹੈ, ਇਧਰ ਲੈਫਟ ਹੈ, ਤੁਸੀਂ ਰਾਈਟ ਤੇ ਹੋਰ ਜ਼ਿਆਦਾ ਲੈਣ ਲੱਗ ਗਏ, ਬਟ ਤੁਹਾਡੇ ਕੰਮ ਕੀ ਹੋਊਗਾ, ਸਿਰਫ ਇੱਕ ਦੀ ਤਾਂ ਘੱਟੋ ਘੱਟ ਲੋਡ ਹੈਗੀ ਹੈ, ਠੀਕ ਹੈ। ਇੱਕ ਪੇਅਰ ਦੇ ਤੁਹਾਨੂੰ ਇੱਕ ਲੈਫਟ ਸ਼ੂ ਦੇ ਤੁਹਾਨੂੰ ਜ਼ਰੂਰਤ ਹੈਗੀ ਹੈ। ਇਹ ਹੋ ਸਕਦਾ ਤੁਸੀਂ ਦੂਸਰੇ ਨਾਲ ਵੀ ਇੱਕ ਪਾ ਲਓ, ਤੀਸਰੇ ਨਾਲ ਵੀ ਇੱਕ ਪਾ ਲਓ, ਇਹ
ਚੌਥੇ ਨਾਲ ਵੀ ਇੱਕ ਪਾ ਲਓ। ਐਸੇ ਤਰੀਕੇ ਦੇ ਨਾਲ ਤੁਹਾਨੂੰ ਇੱਕ ਜਿਹੜਾ ਹੈ ਰਾਈਟ ਸ਼ੂ ਦੀ ਜ਼ਰੂਰਤ ਪਊਗੀ, ਠੀਕ ਹੈ, ਇੱਕ ਦੀ ਜ਼ਰੂਰਤ ਪਊਗੀ। ਤੁਸੀਂ ਚਾਹੇ ਜਿਹੜੇ ਹੈਗੇ ਤੁਹਾਡੇ ਲੈਫਟ ਸ਼ੂ ਹੈ ਉਹਨੂੰ ਕੀ ਹੈ ਇਨਕਰੀਜ਼ ਕਰਦੇ ਜਾਓ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਇੰਡੀਫਰੈਂਸ ਕਰਵ ਕੀ ਹੁੰਦੀ ਹੈ, ਐਲ ਸ਼ੇਪਡ ਹੁੰਦੀ ਹੈ, ਠੀਕ ਹੈ ਜੀ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ, ਸਟੇ ਹੋਮ, ਸਟੇ ਸੇਫ।